ਅੱਜ ਜਿਹੜਾ ਦਿਨ ਆਪਾਂ ਬਹੁਤ ਭਾਵਨਾ ਸ਼ਰਧਾ ਦੇ ਨਾਲ ਮਨਾ ਰਹੇ ਹਾਂ। ਦੇਸਾਂ ਵਿਦੇਸਾਂ 'ਚ ਵੀ ਮਨਾਇਆ ਜਾ ਰਿਹਾ ਹੈ। ਭਾਦੋਂ ਸੁਦੀ ਏਕਮ 1661 ਬਿਕਰਮੀ ਸੰਮਤ ਅਤੇ 30 ਅਗਸਤ 1604 ਈਸਵੀ ਦੇ ਵਿੱਚ ਪਾਵਨ ਪਵਿੱਤਰ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਕਿ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਪਵਿੱਤਰ ਅਸਥਾਨ ਸ਼੍ਰੀ ਰਾਮਸਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਉੱਥੇ ਸਰੋਵਰ ਸਾਹਿਬ ਵੀ ਰਚਨਾ ਕੀਤਾ। ਉੱਥੇ ਕਿਨਾਰੇ ਤੇ ਆਪ ਜੀ ਨੇ ਸਮੁੱਚੀ ਜੋ ਗੁਰੂ ਕੀ ਬਾਣੀ ਆ ਉਹਨੂੰ ਇਕੱਤਰ ਕੀਤਾ, ਭਾਈ ਗੁਰਦਾਸ ਜੀ ਤੋਂ ਲਿਖਵਾਇਆ। ਤੇ ਭਾਈ ਗੁਰਦਾਸ ਜੀ ਨੇ ਜਿਸ ਸਮੇਂ ਗੁਰੂ ਕੀ ਬਾਣੀ ਲਿਖਣੀ ਪ੍ਰਾਰੰਭ ਕੀਤੀ, ਇੱਕ ਬੇਨਤੀ ਕੀਤੀ ਸੀ, ਮਹਾਰਾਜ ਗੁਰੂ ਕੀ ਬਾਣੀ ਬੜੀ ਅਗਾਧ ਬੋਧ ਹੈ ਤੇ ਮੈਨੂੰ ਪਤਾ ਕਿਵੇਂ ਲੱਗਿਆ ਕਰੂਗਾ ਕਿ ਇਹ ਬਾਣੀ ਪਹਿਲੇ ਪਾਤਸ਼ਾਹ ਦੀ ਆ, ਇਹ ਬਾਣੀ ਦੂਜੇ ਪਾਤਸ਼ਾਹ ਦੀ ਹੈ, ਇਹ ਬਾਣੀ ਭਗਤਾਂ ਦੀ ਹੈ। ਮਹਾਰਾਜ ਪਤਾ ਕਿਵੇਂ ਲੱਗਿਆ ਕਰੂਗਾ। ਤੇ ਸਾਧ ਸੰਗਤ ਜੀ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਉੱਥੇ ਖੁਸ਼ੀ ਬਖਸ਼ਿਸ਼ ਕੀਤੀ, ਸਮਝਾਇਆ ਕਿ ਦੇਖੋ ਭਾਈ, ਜਿੱਥੇ ਅਣਜਾਣ ਵਸਤੇ ਆ ਕੀ ਸਮਝ ਆਉਣੀ ਆ, ਪਰ ਜਿਵੇਂ ਇੱਕ ਬੱਚਾ ਘਰ ਦਾ ਬਾਹਰ ਹੋਵੇ, ਬਾਕੀ ਘਰ ਦੇ ਮੈਂਬਰ ਅੰਦਰ ਹੋਣ, ਤੇ ਜਦੋਂ ਬੱਚਾ ਉਹ ਬਾਹਰੋਂ ਆਵਾਜ਼ ਦਿੰਦਾ ਹੈ ਤੇ ਆਪਾਂ ਪਛਾਣ ਲੈਂਦੇ ਹਾਂ ਵੀ ਤੇ ਫਲਾਨਾ ਹੈ। ਕੋਈ ਜਾਣਕਾਰ ਬੰਦਾ ਆਵਾਜ਼ ਦਿੰਦਾ, ਉਹਨੂੰ ਪਛਾਣ ਲੈਂਦੇ ਹਾਂ ਵੀ ਤੇ ਫਲਾਨਾ ਬੰਦਾ ਹੈ, ਆਵਾਜ਼ ਤੋਂ ਪਤਾ ਲੱਗ ਜਾਂਦਾ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਤੁਸੀਂ ਇਹ ਲਿਖਣ ਦੀ ਸੇਵਾ ਕਰਨੀ ਆ ਤੇ ਤੁਹਾਨੂੰ ਆਪਣੇ ਆਪ ਹੀ ਪਛਾਣ ਆਈ ਜਾਵੇਗੀ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਆ, ਇਹ ਬਾਣੀ ਗੁਰੂ ਅੰਗਦ ਦੇਵ ਜੀ ਦੀ ਆ, ਇਹ ਗੁਰੂ ਅਮਰਦਾਸ ਮਹਾਰਾਜ ਦੀ ਆ, ਇਹ ਗੁਰੂ ਰਾਮਦਾਸ ਮਹਾਰਾਜ ਦੀ, ਇਹ ਸਾਡੀ ਹੈ, ਇਹ ਭਗਤਾਂ ਦੀ ਹੈ। ਇਹ ਉਹਨਾਂ ਨੇ ਕਿਰਪਾ ਕੀਤੀ। ਤੇ ਫਿਰ ਗੁਰੂ ਸਾਹਿਬ ਦੀ ਪਾਵਨ ਛਤਰ ਛਾਇਆ ਹੇਠ ਭਾਈ ਗੁਰਦਾਸ ਜੀ ਨੇ ਉਹ ਜਿਵੇਂ ਜਿਵੇਂ ਗੁਰੂ ਸਾਹਿਬ ਲਿਖਵਾਉਂਦੇ ਉਸੇ ਤਰ੍ਹਾਂ ਉਹ ਗੁਰਬਾਣੀ ਨੂੰ ਲਿਖਦੇ ਰਹੇ। ਉੱਥੋਂ ਦਾ ਪ੍ਰਸੰਗ ਕਾਫੀ ਵੱਡਾ ਹੈ, ਪਰ ਆਪਾਂ ਸੰਤੋਖ ਮਾਤਰ ਵਿਚਾਰਨਾ ਹੈ। ਤਾਂ ਫਿਰ ਸਾਧ ਸੰਗਤ ਜੀ ਉਸ ਟਾਈਮ ਉੱਥੇ ਹੀ ਸਾਰੀ ਜਿਹੜੀ ਬਾਣੀ ਆ ਇਕੱਤਰ ਕਰਕੇ, ਜਿਵੇਂ ਪੋਥੀ ਸਾਹਿਬ ਦੀ ਰਚਨਾ ਹੋਈ, ਫਿਰ ਗੁਰਸਿੱਖਾਂ ਨੇ ਜਲਦ ਦੀ ਸਾਰੀ ਸੇਵਾ ਕਰਨੀ। ਤੇ ਫਿਰ ਸਾਧ ਸੰਗਤ ਜੀ ਉਹ ਆਪ ਜੀ ਨੇ ਸੋਹਣੀ ਪਾਲਕੀ ਸਾਹਿਬ ਵੀ ਤਿਆਰ ਕਰਾਉਣੀ ਤੇ ਨਾਲ ਨਾਲ ਸਾਧ ਸੰਗਤ ਜੀ ਉਹ ਜਿਸ ਸਮੇਂ ਪੋਥੀ ਸਾਹਿਬ ਨੂੰ ਲੈ ਕੇ ਜਾਂਦੇ ਆ, ਬੜੇ ਅਦਬ ਤੇ ਸਤਿਕਾਰ ਨਾਲ ਪਾਲਕੀ ਸਾਹਿਬ ਵੀ ਸੁਸ਼ੋਭਿਤ ਹੈ। ਤੇ ਸਾਧ ਸੰਗਤ ਜੀ ਫਿਰ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਆਪਣੇ ਸ਼ੀਸ਼ ਦੇ ਉੱਪਰ ਪੋਥੀ ਸਾਹਿਬ ਨੂੰ ਸ਼ੋਭਾਇਮਾਨ ਕੀਤਾ ਤੇ ਗੁਰੂ ਅਰਜਨ ਦੇਵ ਮਹਾਰਾਜ ਆਪ ਪਾਲਕੀ ਸਾਹਿਬ ਦੇ ਵੀ ਚੌਰ ਸਾਹਿਬ ਕਰਦੇ ਆ। ਜੇ ਆਪਣੇ ਸੀਸ ਉੱਪਰ ਬਾਬਾ ਬੁੱਢਾ ਸਾਹਿਬ ਜੀ ਪੋਥੀ ਸਾਹਿਬ ਸ਼ੋਭਾਇਮਾਨ ਕਰਦੇ ਆ ਤੇ ਚੌਰ ਸਾਹਿਬ ਦੀ ਸੇਵਾ ਗੁਰੂ ਅਰਜਨ ਦੇਵ ਮਹਾਰਾਜ ਆਪ ਕਰਦੇ ਆ। ਦੇਖੋ ਫਿਰ ਭਾਈ ਚੌਰ ਸਾਹਿਬ ਦੀ ਜਿਹੜੀ ਸੇਵਾ, ਇਹਦੀ ਕਿੱਡੀ ਵੱਡੀ ਮਹਾਨਤਾ ਹੈ। ਗੁਰੂ ਸਾਹਿਬ ਦੇ ਉੱਪਰ ਚੌਰ ਢਲਾਉਣਾ, ਚੌਰ ਸਾਹਿਬ ਕਰਨਾ। ਤਾਂ ਸਾਧ ਸੰਗਤ ਜੀ ਜਿਸ ਸਮੇਂ ਪਾਵਨ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਪਹਿਲਾ ਪ੍ਰਕਾਸ਼ ਕਰਨਾ ਤੇ ਗੁਰੂ ਅਰਜਨ ਦੇਵ ਮਹਾਰਾਜ ਅੱਜ ਸੰਗਤਾਂ ਦੇ ਵਿੱਚ ਸੱਜ ਗਏ ਨੇ। ਤੇ ਸੇਵਕ ਆਖਦੇ ਆ, ਮਹਾਰਾਜ ਤੁਸੀਂ ਉੱਚ ਆਸਣ ਤੇ ਬੈਠੋ, ਤੁਹਾਡਾ ਆਸਣ ਤਾਂ ਉਹ ਹੈ, ਪਰ ਮਹਾਰਾਜ ਵਚਨ ਕਰਦੇ ਆ, ਨਹੀਂ ਭਾਈ, ਅੱਜ ਪੋਥੀ ਸਾਹਿਬ ਦਾ ਇੱਥੇ ਪ੍ਰਕਾਸ਼ ਹੋ ਗਿਆ ਹੈ ਤੇ ਗੁਰੂ ਦੀ ਬਾਣੀ ਸਰਵੋਤਮ ਹੈ, ਸਰਬ ਉੱਚ ਹੈ। ਅਸੀਂ ਅੱਜ ਤੋਂ ਬਾਅਦ ਇਹ ਸੰਗਤਾਂ ਦੇ ਵਿੱਚ ਹੀ ਬੈਠਿਆ ਕਰਾਂਗੇ।
ਤੇ ਸਾਧ ਸੰਗਤ ਗੁਰੂ ਸਾਹਿਬ ਫਿਰ ਉੱਤੇ ਬੈਠੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਵਚਨ ਹੋਇਆ ਕਿ ਤੁਸੀਂ ਪੋਥੀ ਸਾਹਿਬ ਦਾ ਪ੍ਰਕਾਸ਼ ਕਰੋ। ਤੇ ਜਿਸ ਸਮੇਂ ਪ੍ਰਕਾਸ਼ ਕਰਦੇ ਆ, ਅਰਦਾਸ ਬੇਨਤੀ ਕਰਦੇ ਆ, ਤੇ ਜਿਹੜਾ ਪਹਿਲਾ ਹੁਕਮਨਾਮਾ ਸਾਹਿਬ ਆਉਂਦਾ ਹੈ, ਆਪ ਸਾਰੇ ਜਾਣਦੇ ਹੋ, ਸੰਤਾਂ ਕੇ ਕਾਰ ਆਪ ਖਲੋਇਆ। ਇਹ ਜਿਹੜਾ ਸਾਧ ਸੰਗਤ ਬਚਨ ਹੈ, ਸੰਤਾਂ ਕੇ ਕਾਰ ਆਪ ਖਲੋਇਆ, ਇਹ ਪਹਿਲਾ ਹੁਕਮਨਾਮਾ ਸਾਹਿਬ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਪੋਥੀ ਸਾਹਿਬ ਦੇ ਵਿੱਚੋਂ ਸਾਰੀਆਂ ਸੰਗਤਾਂ ਨੂੰ ਸ਼ਰਵਣ ਕਰਾਇਆ। ਤਾਂ ਫਿਰ ਉਸ ਤੋਂ ਬਾਅਦ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਆਪ ਤਾਬਿਆ ਵੀ ਬੈਠਦੇ ਆ, ਚੌਰ ਸਾਹਿਬ ਵੀ ਕਰਦੇ ਆ, ਤੇ ਸਮੁੱਚੀਆਂ ਸੰਗਤਾਂ ਨੂੰ ਗੁਰੂ ਕੀ ਬਾਣੀ ਦੇ ਰਾਹੀਂ ਪਹਿਲਾਂ ਵੀ ਸ਼ਬਦ ਦਾ ਹੀ ਉਪਦੇਸ਼ ਦਿੰਦੇ ਆ, ਹੁਣ ਵੀ ਉਸੇ ਤਰ੍ਹਾਂ ਗੁਰੂ ਕੀ ਬਾਣੀ ਦਾ ਉਪਦੇਸ਼ ਕਰਦੇ ਆ। ਸੰਗਤਾਂ ਦੇ ਵਿੱਚ ਸਾਰਾ ਦਿਨ ਬਹੁਤ ਉਤਸ਼ਾਹ ਰਿਹਾ, ਦੂਰ ਦੂਰ ਤੋਂ ਸੰਗਤਾਂ ਨੂੰ ਪਤਾ ਲੱਗਿਆ, ਸਾਰੇ ਆਏ ਕਿ ਅੱਜ ਪੋਥੀ ਸਾਹਿਬ ਦਾ ਪ੍ਰਕਾਸ਼ ਹੋਇਆ ਸ੍ਰੀ ਹਰਿਮੰਦਰ ਸਾਹਿਬ 'ਚ। ਸੰਗਤਾਂ ਨੂੰ ਬੜਾ ਚਾਅ ਚੜ੍ਹਿਆ, ਤੇ ਜਿੱਥੇ ਸਾਧ ਸੰਗਤ ਵੀ ਇਹ ਪੰਥ ਹੈ, ਉੱਥੇ ਲੋੜ ਹੈ ਕਿ ਗ੍ਰੰਥ ਦੀ ਵੀ। ਤੇ ਸਾਧ ਸੰਗਤ ਇਹਦੇ ਵੀ ਬਹੁਤ ਵੱਡੇ ਭਾਵ ਹੈ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਇਹ ਸਾਨੂੰ ਉਪਦੇਸ਼ ਦਿੰਦੇ ਆ, ਭਾਈ ਇੱਦਾਂ ਕਰਨਾ ਹੈ ਤੁਸੀਂ। ਹੁਣ ਇਹ ਉਪਦੇਸ਼ ਹੋ ਗਿਆ। ਤੇ ਜਿਹੜਾ ਖਾਲਸਾ ਪੰਥ ਹੈ, ਇਹ ਦੇਖੋ, ਇਹ ਖਾਲਸਾ ਪੰਥ ਕਹਿੰਦੇ ਆ, ਤੇ ਪੰਥ ਨਾਮ ਹੈ ਰਾਹ ਦਾ। ਤੇ ਸਾਧ ਸੰਗਤ ਇਹਦਾ ਕੀ ਭਾਵ ਹੈ, ਇਸ ਰਾਹ ਤੇ ਆਪਾਂ ਚੱਲਣਾ। ਤੇ ਸਾਧ ਸੰਗਤ ਗ੍ਰੰਥ ਅਤੇ ਪੰਥ ਦੋਵੇਂ ਹੀ ਸਾਡੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ। ਤੇ ਹੁਣ ਸਾਧ ਸੰਗਤ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ, ਭਾਈ ਇੱਦਾਂ ਕਰਨਾ ਹੈ, ਇੱਦਾਂ ਰਹਿਤ ਰੱਖਣੀ ਆ। ਤੇ ਫਿਰ ਅਸੀਂ ਕੀ ਕਰਨਾ, ਪੰਥ, ਇਹ ਜਿਹੜਾ ਖਾਲਸਾ ਪੰਥ ਹੈ, ਅਸੀਂ ਇਸ ਪੰਥ ਤੇ ਚੱਲਣਾ ਹੈ। ਇੱਦਾਂ ਸਮਝ ਲਓ ਵੀ ਜੇ ਕੋਈ ਪੁੱਛ ਲਵੇ, ਭਾਈ ਮੈਂ ਇੱਧਰ ਨਾਲ ਦੇ ਪਿੰਡ ਜਾਣਾ, ਆਪਾਂ ਦੱਸ ਦਈਏ ਵੀ ਭਾਈ ਇੱਥੋਂ ਨਾਲਲਾ ਪਿੰਡ ਇੱਧਰ ਰਹਿ ਗਿਆ, ਕਿੰਗਰਾ ਪਿੰਡ ਹੈ, ਇੱਥੋਂ ਥੋੜ੍ਹਾ ਅੱਗੇ ਜਾ ਕੇ ਫਿਰ ਇੱਧਰ ਨੂੰ ਮੁੜ ਜਿਓ। ਤੇ ਉਹ ਪੁੱਛ ਲਵੇ ਪਰ ਉਹ ਜਾਵੇ ਨਾ, ਫਿਰ ਥੋੜ੍ਹਾ ਮੰਜ਼ਿਲ 'ਤੇ ਪਹੁੰਚੂਗਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਸਾਨੂੰ ਹੋ ਗਿਆ। ਬਾਣੀ ਦਾ ਵੱਖਰਾ ਮਹਾਤਮ ਹੈ, ਜਿੰਨੀ ਪੜ੍ਹਾਂਗੇ ਉਨਾ ਹੀ ਲਾਭ, ਜਿੰਨਾ ਸਿਮਰਨ ਕਰਾਂਗੇ ਉਨਾ ਹੀ ਲਾਭ ਹੈ। ਪਰ ਉਹ ਵੀ ਗੱਲ ਮੰਨਣ ਦੀ ਹੈ ਨਾ, ਮੰਨ ਕੇ ਜੇ ਕਰਾਂਗੇ ਤੇ ਸਾਧ ਸੰਗਤ ਆਪਾਂ ਚੱਲਾਂਗੇ ਤੇ ਆਪਾਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਵਾਂਗੇ। ਇਸੇ ਕਰਕੇ ਖਾਲਸਾ ਪੰਥ ਨਾਮ ਰੱਖਿਆ ਹੈ। ਪੰਥ ਦਾ ਭਾਵ ਰਸਤੇ, ਇਸ ਰਸਤੇ 'ਤੇ ਤੁਰਨਾ ਹੈ। ਜਿਵੇਂ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ। ਪਰ ਸਿੱਖੀ ਹੈ, ਸਾਰੀ ਉਮਰ ਸਿੱਖਿਆ ਲਈ ਜਾਣੀ ਹੈ। ਜੇ ਮਾਂ ਨਹੀਂ ਕਰ ਗਿਆ, ਮੈਂ ਤੇ ਸਿੱਖ ਗਿਆ, ਬਸ ਮੈਂ ਤੇ ਬਹੁਤ ਸਿੱਖ ਗਿਆ, ਫਿਰ ਸਾਧ ਸੰਗਤ ਕੁਛ ਪ੍ਰਾਪਤ ਨਹੀਂ ਹੁੰਦਾ, ਆਪਾਂ ਸਿੱਖਣਾ ਹੀ ਆ। ਫਿਰ ਸਮਾਂ ਸਾਧ ਸੰਗਤ ਬਹੁਤ ਕੁਝ ਸਿਖਾ ਜਾਂਦਾ, ਇਹ ਵੀ ਸੱਚ ਹੈ। ਸਿੱਖਿਆ ਸਮਾਂ ਵੀ ਦੇ ਜਾਂਦਾ ਹੈ। ਇਸੇ ਕਰਕੇ ਭਾਈ ਸਿੱਖੀ ਸਿੱਖਿਆ ਗੁਰ ਵਿਚਾਰ ਆਪਾਂ ਸਿੱਖਦੇ ਹੀ ਰਹਿਣਾ ਸਾਰੀ ਉਮਰ। ਗੁਰੂ ਸਾਹਿਬ ਦੀ ਬਾਣੀ ਤੋਂ ਸਿੱਖਿਆ ਲਵਾਂਗੇ ਜਿੰਨੀ ਉਨੀ ਥੋੜ੍ਹੀ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੱਕ ਸ਼ਬਦ ਦੇ ਅਰਥ ਜੇ ਆਪਾਂ ਕਹੀਏ ਸਾਰੀ ਉਮਰ ਨਹੀਂ ਕਰ ਸਕਦੇ, ਸਿੱਖ ਸਕਦੇ। ਅੱਜ ਹੋਰ ਅਰਥ ਹੈ, ਕੱਲ੍ਹ ਨੂੰ ਹੋਰ ਹੈ, ਅਗਾਂਹ ਹੋਰ ਹੈ, ਅੰਦਰਲੇ ਹੋਰ ਹੈ, ਬ੍ਰਹਮ ਗਿਆਨ ਵਿੱਚ ਹੋਰ ਹੈ, ਬ੍ਰਹਮ ਨੇਸ਼ਟੀ 'ਚ ਹੋਰ ਹੈ। ਤਾਂ ਸਾਧ ਸੰਗਤ ਇਹ ਤਾਂ ਬਹੁਤ ਹੀ ਵੱਡਾ ਸਮੁੰਦਰ ਹੈ। ਪਰ ਆਪਾਂ ਜੋ ਵਿਚਾਰ ਲੈਣੀ ਆ ਕਿ ਭਾਈ ਆਪਾਂ ਗੁਰੂ ਸਾਹਿਬ ਦੇ ਉਪਦੇਸ਼ 'ਤੇ ਚੱਲਣਾ ਹੈ, ਤਾਂ ਹੀ ਅਸੀਂ ਸਫਲ ਹੋਵਾਂਗੇ। ਤੇ ਨਾਲ ਨਾਲ ਸਾਧ ਸੰਗਤ ਜੀ ਫਿਰ ਜਦੋਂ ਸ਼ਾਮਾਂ ਪੈਂਦੀਆਂ ਨੇ, ਫਿਰ ਸਲਾਹ ਹੁੰਦੀ ਹੈ ਕਿ ਪੋਥੀ ਸਾਹਿਬ ਜੀ ਦਾ ਸੁਖਾਸਨ ਕਿੱਥੇ ਕੀਤਾ ਜਾਵੇ। ਤੇ ਸਾਧ ਸੰਗਤ ਅੱਜ ਨਾਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ। ਤੇ ਸਾਧ ਸੰਗਤ ਜੀ ਉਹਨਾਂ ਟਾਈਮਾਂ ਦੇ ਵਿੱਚ ਸ਼੍ਰੀ ਕੋਠੜੀ ਸਾਹਿਬ ਜੀ ਨਾਮ ਰੱਖਿਆ ਸੀ, ਸਤਿਕਾਰ ਨਾਲ ਕਹਿੰਦੇ ਸੀ।
ਤੇ ਹਰ ਰੋਜ਼ ਗੁਰੂ ਅਰਜਨ ਦੇਵ ਮਹਾਰਾਜ ਆਪਣਾ ਵਿਸਰਾਮ ਉੱਥੇ ਕਰਿਆ ਕਰਦੇ ਸੀ। ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੋਇਆ ਕਿ ਭਾਈ ਜਿਹੜੇ ਪਲੰਗ ਸਾਹਿਬ ਤੇ ਅਸੀਂ ਬਿਰਾਜਮਾਨ ਹੁੰਦੇ ਸਾਂ, ਵਿਸਰਾਮ ਕਰਿਆ ਕਰਦੇ ਸਾਂ, ਉਸੇ ਪਲੰਗ ਤੇ ਸੋਹਣੇ ਨਵੇਂ ਵਿਛਾਉਣੇ ਵਸਾ ਦਿਓ, ਸੋਹਣਾ ਬਣਾ ਦਿਓ। ਹੋਰ ਉਸ ਪਲੰਗ ਸਾਹਿਬ ਦੇ ਉੱਪਰ ਸ਼੍ਰੀ ਪੋਥੀ ਸਾਹਿਬ ਜੀ ਦਾ ਸੁਖਾਸਨ ਹੋਵੇਗਾ। ਉਹ ਪੁੱਛਦੇ ਮਹਾਰਾਜ ਆਪ ਜੀ, ਫਿਰ ਉਹਨਾਂ ਨੇ ਵਚਨ ਕੀਤਾ, ਕਹਿਣ ਲੱਗੇ ਭਾਈ ਸਾਡੇ ਵਾਸਤੇ ਇੱਕ ਥੱਲੇ ਹੋਰ ਚਾਦਰ ਵਿਛਾ ਦਿਓ, ਅਸੀਂ ਥੱਲੇ ਵਿਸਰਾਮ ਕਰਿਆ ਕਰਾਂਗੇ। ਤੇ ਸਾਧ ਸੰਗਤ ਅੱਜ ਵੀ ਜੇ ਆਪਾਂ ਉੱਥੇ ਦੇਖੀਏ, ਗੁਰੂ ਘਰਾਂ ਦੇ ਵਿੱਚ ਦੇਖਦੇ ਹਾਂ, ਜਿੱਥੇ ਗੁਰੂ ਸਾਹਿਬ ਦਾ ਸੁਖਾਸਨ ਹੁੰਦਾ ਹੈ ਉੱਪਰ ਸੋਹਣਾ, ਤੇ ਥੱਲੇ ਵੀ ਇੱਕ ਸੋਹਣੀ ਚਾਦਰ ਵਿਛਾਈ ਜਾਂਦੀ ਆ ਕਿ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਗੁਰੂ ਸਾਹਿਬ ਉੱਤੇ ਵਿਸਰਾਮ ਕਰਦੇ ਆ, ਤੇ ਗੁਰੂ ਅਰਜਨ ਦੇਵ ਮਹਾਰਾਜ ਵੀ ਉੱਥੇ ਹਾਜ਼ਰ ਨਾਜ਼ਰ ਹੈ, ਹਰ ਥਾਂ ਤੇ ਹਾਜ਼ਰ ਨਾਜ਼ਰ ਹੈ। ਇੰਨਾ ਸਤਿਕਾਰ, ਤੇ ਇੰਨਾ ਸਤਿਕਾਰ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਆਪ ਕਰ ਰਹੇ ਆ, ਤੇ ਫਿਰ ਸੰਗਤਾਂ ਤੇ ਬਹੁਤ ਕਰਨਗੀਆਂ, ਫੇਰ ਹੀ ਕਰਨਗੀਆਂ ਨਾ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਇੰਨਾ ਗੁਰੂ ਦੀ ਬਾਣੀ ਦਾ ਸਤਿਕਾਰ ਕਰਦੇ ਆ, ਆਪਾਂ ਕਹਿ ਨਹੀਂ ਸਕਦੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਸਮੇਂ ਦਾ ਵੀ ਪ੍ਰਸੰਗ ਆਉਂਦਾ ਨਾ, ਜਦੋਂ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਪੜ੍ਹਦੇ ਆ ਕੇ ਬੈਠ ਗਏ ਤੇ ਗੁਰੂ ਸਾਹਿਬ ਉੱਠੇ, ਤੇ ਸਾਧ ਸੰਗਤ ਕਾਹਲੀ ਨਾਲ ਉੱਠੇ, ਗੋਡੇ ਸਾਹਿਬ ਤੇ ਸੱਟ ਲੱਗ ਗਈ ਸੀ। ਕਹਿਣ ਲੱਗੇ ਮਹਾਰਾਜ ਇੰਨੀ ਕਾਹਲੀ ਨਾਲ ਕਿਉਂ ਉੱਠੇ? ਮਹਾਰਾਜ ਬਚਨ ਕਰਦੇ ਆ, ਨਹੀਂ ਭਾਈ ਗੁਰੂ ਦੀ ਬਾਣੀ ਸਰਵੋਤਮ ਹੈ, ਤੇ ਗੁਰੂ ਦੀ ਬਾਣੀ ਦਾ ਉਚਾਰਨ ਹੋ ਰਿਹਾ ਹੈ, ਅਸੀਂ ਉੱਚੇ ਬੈਠੇ ਹਾਂ, ਇੱਕਦਮ ਥੱਲੇ ਬੈਠ ਗਏ। ਇਹ ਆਖਦੇ ਆ ਮਹਾਰਾਜ ਤੁਸੀਂ ਤਾਂ ਗੁਰੂ ਹੋ। ਬਚਨ ਕਰਦੇ ਆ ਭਾਈ ਜੀ ਸਤਿਗੁਰੂ ਹਾਂ, ਠੀਕ ਹੈ, ਪਰ ਗੁਰੂ ਦੀ ਬਾਣੀ ਉੱਚੀ ਆ, ਗੁਰੂ ਦੀ ਬਾਣੀ ਸੱਚੀ ਆ। ਤੇ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਉਹ ਜਿਵੇਂ ਉੱਚੇ ਆਸਣ ਤੇ ਬੈਠੇ ਸਨ, ਤੇ ਕਹਿੰਦੇ ਨੇ ਕਿ ਕੋਈ ਖੇਲ ਦਿਖਾ ਰਿਹਾ ਸੀ, ਉਹਨੇ ਇੱਕ ਗੁਰੂ ਦੀ ਬਾਣੀ ਦੀ ਤੁਕ ਪੜ੍ਹਤੀ ਥੱਲੇ, ਉਸੇ ਸਮੇਂ ਸੰਤਾਂ ਦੇ ਨੇਤਰਾਂ 'ਚੋਂ ਜਲ ਆ ਗਿਆ, ਉੱਚਾ ਆਸਣ ਛੱਡ ਕੇ ਥੱਲੇ ਆ ਗਏ। ਉਹ ਕਹਿਣ ਲੱਗੇ ਸਾਰੇ ਸੇਵਕ ਮਹਾਂਪੁਰਸ਼ੋ ਤੁਸੀਂ ਥੱਲੇ ਕਿਉਂ ਆ ਗਏ, ਤੇ ਤੁਹਾਡੇ ਨੇਤਰ ਇੰਨੇ ਸੇਜਲ ਕਿਉਂ ਹੋਏ ਆ? ਉਹ ਕਹਿਣ ਲੱਗੇ ਭਾਈ ਇਹ ਨੇਤਰ ਇਸ ਕਰਕੇ ਸੇਜਲ ਹੋਏ ਆ ਕਿ ਅਸੀਂ ਉੱਚੇ ਆਸਣ ਤੇ ਬੈਠੇ ਸਾਂ, ਪਰ ਇਸ ਨੇ ਗੁਰੂ ਦੀ ਬਾਣੀ ਦੀ ਤੁਕ ਪੜ੍ਹਤੀ ਤੇ ਸਾਥੋਂ ਇਹ ਨਰਾਦਰ ਹੋ ਗਿਆ। ਇਹ ਥੱਲੇ ਖੜਾ ਹੈ, ਅਸੀਂ ਉੱਤੇ ਖੜੇ ਹਾਂ, ਉੱਤੇ ਆਸਣ ਤੇ ਬੈਠੇ ਹਾਂ। ਇਸ ਕਰਕੇ ਗੁਰੂ ਦੀ ਬਾਣੀ ਦਾ ਉਹਨਾਂ ਨੇ ਦੱਸਿਆ ਕਿ ਭਾਈ ਗੁਰੂ ਦੀ ਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਹੈ, ਆਦਰ ਕਰਨਾ ਹੈ, ਜਿੰਨੀ ਹੋ ਸਕੇ ਉਨੀ ਸੇਵਾ ਕਰਨੀ ਹੈ। ਤੇ ਸਾਧ ਸੰਗਤ ਫਿਰ ਸਾਰਿਆਂ ਨੂੰ ਗਿਆਨ ਆ ਗਿਆ, ਸੋਝੀ ਆ ਗਈ, ਸਮਝ ਆ ਗਈ, ਜਿੰਨੇ ਸੀ ਸਾਰਿਆਂ ਨੂੰ ਪਤਾ ਲੱਗ ਗਿਆ। ਇਸ ਕਰਕੇ ਭਾਈ ਬਾਣੀ ਅਗਾਧ ਬੋਧ ਹੈ। ਤੇ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਆਪਣਾ ਵਾਸਤਾ ਥੱਲੇ ਕਰਨਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੋਥੀ ਸਾਹਿਬ ਨੂੰ ਉੱਪਰ ਸੁਭਾਏਮਾਨ ਕਰਨਾ। ਤੇ ਇਸੇ ਤਰ੍ਹਾਂ ਹੀ ਫਿਰ ਹਰ ਰੋਜ਼ ਸਤਿਕਾਰ ਦੇ ਨਾਲ ਪ੍ਰਕਾਸ਼ ਦੀ ਸੇਵਾ ਆਪ ਨਾਲ ਕਰਾਉਣੀ, ਤੇ ਨਾਲ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੂੰ ਪਹਿਲੇ ਹੈੱਡ ਗ੍ਰੰਥੀ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਪ ਜੀ ਨੇ ਸਥਾਪਨਾ ਕੀਤੇ। ਸੋ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਬਹੁਤ ਵੱਡੇ ਇਤਿਹਾਸ ਹੈ, ਬਹੁਤ ਵੱਡੀਆਂ ਵਡਿਆਈਆਂ ਆਪ ਸਾਰੇ ਸੁਣਦੇ ਰਹਿੰਦੇ ਹੋ। ਸੋ ਸਾਧ ਸੰਗਤ ਜੀ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਮੁੱਚੀਆਂ ਹੀ ਸੰਗਤਾਂ ਨੂੰ ਸੱਚਖੰਡ ਗੁਰਦੁਆਰਾ ਸਾਹਿਬ ਚੋਰਮਾਰ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਗੁਰਪਾਲ ਸਿੰਘ ਜੀ ਬਾਬਾ ਜੀ ਵੱਲੋਂ ਸੋਚੇ ਜਥੇ ਵੱਲੋਂ ਲੱਖ ਲੱਖ ਵਧਾਈਆਂ ਹੋਣ, ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਬਾਣੀ ਦਾ ਸਾਡੇ ਹਿਰਦੇ ਵਿੱਚ ਪ੍ਰਕਾਸ਼ ਹੋਵੇ, ਅਗਿਆਨਤਾ ਦਾ ਹਨੇਰਾ ਦੂਰ ਹੋਵੇ, ਦਵੈਖਤਾ ਦਾ ਹਨੇਰਾ ਦੂਰ ਹੋਵੇ, ਤੇ ਇਹ ਬਾਣੀ ਸਾਡੇ ਅੰਦਰ ਪ੍ਰਵੇਸ਼ ਕਰਕੇ ਬੁਰਾਈਆਂ ਦਾ ਨਾਸ਼ ਕਰਕੇ ਸੱਚ ਦਾ ਪ੍ਰਕਾਸ਼ ਕਰਕੇ ਸਾਡੇ ਜੀਵਨ ਨੂੰ ਉਜਲਾ ਬਣਾਉਣ, ਸੋਹਣਾ ਬਣਾਉਣ, ਕਿਰਪਾ ਕਰਨ, ਮਿਹਰ ਕਰਨ। ਸੋ ਸਾਰੇ ਭਾਈ ਬੇਨਤੀ ਕਰਿਆ ਕਰੋ ਕਿ ਹੇ ਸਤਿਗੁਰੂ ਕਿਰਪਾ ਕਰੋ,
कर कृपा वसो मोरा हिरदै, आप मेरे हिरदे च वसो। बाणी दा प्रकाश ते बाणे दी दात सानू दिओ, खंडे बाटे दा अमृत छक के गुरु की सिੱਖੀ धारण करके जीवन दे अनमोल सवासां नूं सफल करिए। सो साध संगत जी, इत्थों तक विचार करदिआं तो बेअंत फुल्लां दी खिमा समूह साध संगत ते सतगुरु महाराज बख्शण जोग ने। दास खिमा दा जाचक है जी। वाहिगुरु जी का खालसा, वाहिगुरु जी की फतेह। वाहिगुरु 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 सतनाम श्री वाहिगुरु साहिब जीओ। राम कली महला तीजा, आनंद को ओंकार सतगुर प्रसाद। आनंद पाया मेरे माए, सतगुरु मैं पाया। सतगुर तां पाया सहज सेती, मन वजियां वाधाइयां। राग रतन परवार भरियां, शब्द गावण आइयां। सब दोदा गावो हरि केरा, मन जिनी वसाया। कह नानक आनंद हुआ, सतगुरु मैं पाया। ए मन मेरे तू सदा रहो हर नाले, हर नाल रहो तू मन मेरे। दुख सब विसारना, अंगीकार हो करे तेरा कारज सब सवारना। सब गल्लां समरथ स्वामी, सो क्यों मन हो विसारे। कह नानक मन मेरे सदा रहो हर नाले। साचे साहिबा क्या नहीं करते रह, करता तेरा सब किछ है जिस देह सो पावे। सदा सिफत सलाह तेरी नाम मन बसावे। नाम जिनकै मन वसया, वाजे शब्द कनेरे। कह नानक सच्चे साहिब क्या नहीं करते रह। साचा नाम मेरा आधारो, साच नाम आधार मेरा। जन भुखा सब गवाइयां, कर शांत सुख बनाए वसया। जिन इच्छा सब हो जाइयां, सदा कुर्बान किया गुरु विटों जिसदियां ए वड्याइयां। कह नानक सुन हो संतो सब तरह प्यारो। सच्चा नाम मेरा आधारो, बाजे पंच शब्द तित कर सभागै शब्द बाजे। कला जित कर धारिया, पंच दूत तुझ बस कीते। काल कंटक मारिया, तुर कर्म पाया। तुद जिनको से नाम हर के लागे। कह नानक तह सुख होआ, तित कर अनहद वादे। आनंद सुन हो बड़ भागी हो, सगल मनोरथ पूरे।
पार ब्रह्म प्रभु पाया, उतरे सगल विसूरे, दुख रोग संताप उतरे, सुनी सच्ची बाणी, संत साजन पै सरसे, पूरे गुर ते जाने, सुनते पुनीत कहते पवित्र, सतगुर रहया भरपूरे, बिनवंत नानक गुर चरण लागे, बाजे अनहद तोरे, सुनते पुनीत कहते पवित्र, सतगुर रहया भरपूरे, बिनवंत नानक गुर चरण लागे, बाजे अनहद तूरे। वाहिगुरु जी का खालसा, वाहिगुरु जी की फतेह। तू ठाकुर तुम पै अरदास।